ਰੰਗ ਰਾਤੇ ਸੁਹਾਵਾ ਕਰੇ ਸਰੇ ਸਜੋ ਜੋਤੀ ਰੇ ਰੰਗ ਰਾਤੇ ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਬਨ ਕਬਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ। ਤੂੰ ਠਾਕੁਰ ਊਂਚ ਭਗਵਾਨਾ। ਸਭ ਸੁਖ ਦਾਤਾ ਰਾਮ ਹੈ। ਦੂਸਰ ਨਾਹਿਨ ਕੋਏ। ਕਹੋ ਨਾਨਕ ਸੁਨ ਰੇ ਮਨਾ। ਤਿਹ ਸਿਮਰਤ ਗਤ ਹੋਏ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹਿਲਾ ਨੋਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰੇ ਮਨ ਰਾਮ ਸਿਉ ਕਰ ਪ੍ਰੀਤ। ਸ਼ਰਬਨ ਗੋਬਿੰਦ ਗੁਣ ਸੁਨੋ। ਅਰ ਗਾਓ ਰਸਨਾ ਗੀਤ। ਰਹਾਓ ਕਰ ਸਾਧ ਸੰਗਤ ਸਿਮਰ ਮਾਧੋ। ਹੋਏ ਪਤਿਤ ਪੁਨੀਤ। ਕਾਲ ਵਿਆਲ ਜਿਉ ਪਰਿਓ ਡੋਲੈ। ਮੁਖ ਪਸਾਰੇ ਮੀਤ। ਆਜ ਕਾਲ ਫੁਨ ਤੋਹੇ ਗਰਸ ਹੈ। ਸਮਝ ਰਾਖੋ ਚੀਤ। ਕਹੈ ਨਾਨਕ ਰਾਮ ਭਜ ਲੈ। ਜਾਤ ਅਵਸਰ ਬੀਤ। ਕਹੈ ਨਾਨਕ ਰਾਮ ਭਜ ਲੈ। ਜਾਤ ਅਵਸਰ ਬੀਤ। ਪਰਮ ਸਨਮਾਨ ਗੁਰੂ ਰੂਪ ਸਾਧ ਸੰਗਤ ਜੀਓ। ਵਡਭਾਗੇ ਹਾਂ ਜੋ ਇਹ ਸਮਾਂ ਸਤਿਗੁਰੂ ਜੀ ਦੇ ਸ਼ਬਦ ਨਾਲ ਹਾਜ਼ਰੀ ਭਰਨ ਦਾ ਜੋ ਸਾਨੂੰ ਇਸ ਭਾਗ ਇਸ ਇੱਕ ਬਾਣੀ ਚੈਨਲ ਦੇ ਰਾਹੀਂ ਮਿਲਿਆ ਹੈ। ਅਸੀਂ ਲਗਾਤਾਰ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 400 ਸਾਲਾ ਜੋ ਸ਼ਤਾਬਦੀ ਮਨਾਈ ਜਾ ਰਹੀ ਹੈ, ਜਿਸ ਦੇ ਸੰਬੰਧ ਵਿੱਚ ਆਪ ਜੀ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ 'ਤੇ ਲੜੀਵਾਰ ਵਿਚਾਰ ਅਤੇ ਉਹਨਾਂ ਵੱਲੋਂ ਬਖਸ਼ਿਸ਼ ਕੀਤੇ ਉਪਦੇਸ਼ ਬਾਣੀ ਰਾਹੀਂ ਅਤੇ ਉਹਨਾਂ ਦੇ ਜੀਵਨ ਦੇ ਵਿੱਚੋਂ ਜੋ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਹਨ, ਉਹਨਾਂ ਉਪਦੇਸ਼ਾਂ ਦੇ ਨਾਲ ਆਪਾਂ ਸਾਂਝ ਪਾਉਣ ਦਾ ਯਤਨ ਕਰ ਰਹੇ ਹਾਂ। ਪਿਛਲੀ ਵਾਰ ਆਪਾਂ ਪਿਛਲੇ ਦੀਵਾਨ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਜੀਵਨ ਦਾ ਜਦੋਂ ਪ੍ਰਕਾਸ਼ ਦਾ ਸਮਾਂ ਅਸੀਂ ਉਸ ਨੂੰ ਸਾਂਝਾ ਕਰਨ ਦਾ ਯਤਨ ਕੀਤਾ ਸੀ, ਉਸ ਦੇ ਨਾਲ ਸਤਿਗੁਰੂ ਜੀ ਦੇ ਉਪਦੇਸ਼ ਜੋ ਉਸ ਰੱਬ ਪਰਮਾਤਮਾ ਪਰਮੇਸ਼ਵਰ ਦੇ ਪਰਥਾਏ, ਉਸ ਦੀ ਵਿਆਪਕਤਾ, ਇੱਕ ਰਸ, ਉਸ ਨੂੰ ਵੀ ਸਾਂਝਾ ਕਰਨ ਦਾ ਯਤਨ ਕੀਤਾ ਸੀ। ਸੋ ਆਓ ਮਨਬਿਰਤੀਆਂ ਇਕਾਗਰ ਕਰੀਏ। ਕੁਝ ਸਮਾਂ ਆਪਾਂ ਸਤਿਗੁਰੂ ਜੀ ਦੇ ਹਜ਼ੂਰ ਸੱਜ ਕੇ ਬਹਿਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ ਜੋ ਅਗਲਾ ਉਪਦੇਸ਼ ਹੈ, ਉਸ ਨੂੰ ਆਪਾਂ ਜੋ ਸਤਿਗੁਰੂ ਜੀ ਨੇ ਮਨੁੱਖਾ ਜਨਮ ਦੇ ਪਰਥਾਏ ਇਹ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ, ਉਸ ਨੂੰ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਕੁਝ ਸਮੇਂ ਜੋ
ਬੰਸਾਵਲੀ ਨਾਮਿਆਂ ਦੇ ਵਿੱਚੋਂ, ਭੱਟ ਵਹੀਆਂ ਦੇ ਵਿੱਚੋਂ ਅਤੇ ਗੁਰੂ ਕੀਆਂ ਸਾਖੀਆਂ ਇਤਿਆਦਿਕ ਜੋ ਇਤਿਹਾਸ ਦੀਆਂ ਜੋ ਸਾਨੂੰ ਸਰੋਤਾਂ ਪ੍ਰਾਪਤ ਹੁੰਦੀਆਂ ਹਨ, ਉੱਥੋਂ ਜੋ ਪ੍ਰਾਪਤ ਹੋਏ ਨੇ ਉਹਨਾਂ ਦੀ ਸੰਖੇਪ ਰੂਪ ਦੇ ਵਿੱਚ ਸਾਂਝ ਕਰਨ ਦਾ ਯਤਨ ਕਰੀਏ। ਆਓ ਪਹਿਲਾਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਈਏ, ਫਿਰ ਵਿਚਾਰਾਂ ਕਰਨ ਦੀ ਆਰੰਭਤਾ ਕਰਦੇ ਹਾਂ। ਸੋ ਇੱਕੇ ਵਾਰ ਕਹਿਣ ਤੇ ਦਿਓ ਅਸੀਸ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਜੀਵਨ ਜਦੋਂ ਅਸੀਂ ਝਾਂਤ ਮਾਰਦੇ ਹਾਂ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਰਾਹੀਂ ਮਨੁੱਖਾਂ ਦੇ ਮਨ ਨੂੰ ਸੁਚੇਤ ਕੀਤਾ, ਪ੍ਰਭੂ ਪਰਮਾਤਮਾ ਪਰਮੇਸ਼ਵਰ ਦਾ ਨਾਮ, ਉਸ ਦੇ ਗੁਣ ਬਿਆਨ ਕਰਕੇ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਬਾਣੀ ਦੇ ਅੰਦਰੋਂ ਜੋ ਸਤਿਗੁਰੂ ਜੀ ਨੇ ਉਪਦੇਸ਼ ਦਿੱਤੇ ਹਨ, ਉੱਥੇ ਮਨੁੱਖਾ ਜੀਵਨ ਦਾ ਜੋ ਮਨੋਰਥ ਹੈ, ਜੋ ਮਨੁੱਖਾ ਜੀਵਨ ਦਾ ਸੰਸਾਰ ਦੇ ਵਿੱਚ ਆਉਣ ਦਾ ਕਾਰਜ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਨਾਲ ਸਾਂਝਾ ਕੀਤਾ ਹੈ। ਸਤਿਗੁਰੂ ਜੀ ਨੇ ਮਨੁੱਖ ਦੀ ਹੋਂਦ, ਮਨੁੱਖ ਦਾ ਆਉਣਾ, ਇਸ ਨੂੰ ਦਰਸਾਇਆ, ਸਾਡੇ ਨਾਲ ਸਾਂਝ ਪਵਾਈ ਹੈ ਕਿ ਕਿਸ ਤਰੀਕੇ ਦੇ ਨਾਲ ਮਨੁੱਖ ਦਾ ਜੋ ਇਹ ਮਨੁੱਖਾ ਜਨਮ ਇਸ ਨੂੰ ਪ੍ਰਾਪਤ ਹੋਇਆ, ਇਸ ਦੇ ਕੀ ਲਾਹਾ ਇਸ ਨੇ ਲੈਣਾ ਹੈ ਅਤੇ ਇਸ ਜਨਮ ਦੇ ਵਿੱਚ ਰਹਿੰਦਿਆਂ ਹੋਇਆਂ ਆਵਾਗਮਨ ਦੇ ਵਿੱਚੋਂ ਕਿਸ ਤਰ੍ਹਾਂ ਨਿਵਰਤੀ ਕਰਨੀ ਹੈ ਅਤੇ ਅਸੀਂ ਉਸ ਰੱਬ ਪਰਮਾਤਮਾ ਪਰਮੇਸ਼ਵਰ ਦੇ ਵਿੱਚ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕਿਸ ਤਰ੍ਹਾਂ ਅਭੇਦ ਹੋਣਾ ਹੈ, ਇਹ ਸਤਿਗੁਰੂ ਜੀ ਜੀਵਨ ਦਾ ਮਨੋਰਥ ਸਾਡੇ ਨਾਲ ਸਾਂਝਾ ਕਰਦੇ ਨੇ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਇਹਨਾਂ ਦਾ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ, ਇਹਨਾਂ ਦੇ ਸ਼ਲੋਕ, ਇਹਨਾਂ ਦੇ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ, ਤੇ ਕਈ ਵਾਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਸਤਿਗੁਰੂ ਜੀ ਨੇ ਜੋ ਬਾਣੀ ਰਚੀ ਹੈ ਬੜੀ ਹੀ ਵਿਰਾਗਮਈ ਹੈ। ਜੋ ਬਾਣੀ ਸਤਿਗੁਰੂ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਮਿਲਦੀ ਹੈ, ਉਸ ਬਾਣੀ ਨੂੰ ਪੜ੍ਹ ਕੇ ਤੇ ਬਹੁਤ ਵਾਰ ਸਾਡੇ ਮਨ ਇਸ ਤਰ੍ਹਾਂ ਹੌਲਾ ਹੋ ਜਾਂਦਾ ਹੈ, ਉਸ ਦੇ ਵਿੱਚੋਂ ਕਈ ਵਾਰ ਵਿਰਾਗ ਦੇ ਨਾਲ ਨੇਤਰਾਂ ਦੇ ਵਿੱਚੋਂ ਜਲ ਵੀ ਚੱਲਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਤਨਾ ਪ੍ਰੈਕਟੀਕਲ ਜੀਵਨ ਸਾਡੇ ਨਾਲ ਸਾਂਝਾ ਕੀਤਾ ਹੈ। ਸੋ ਜੀਵਨ ਦਾ ਮਨੋਰਥ, ਮਨੁੱਖ ਦਾ ਜੋ ਸੰਸਾਰ ਦੇ ਵਿੱਚ ਆਉਣ ਦਾ ਕਾਰਜ ਸੀ, ਜਿਹੜੀ ਇਹ ਪ੍ਰਾਪਤੀ ਮਨੁੱਖ ਨੂੰ ਹੋਈ ਹੈ, ਇਹਦੇ ਪ੍ਰਥਾएं ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਨਾਲ ਇੱਕ ਵਿਚਾਰਾਂ ਸ਼ਬਦਾਂ ਦੇ ਰਾਹੀਂ ਸਾਂਝੀਆਂ ਕੀਤੀਆਂ ਨੇ। ਸਤਿਗੁਰੂ ਜੀ ਨੇ ਜੋ ਸ਼ਬਦ ਮੈਂ ਆਪ ਨਾਲ ਸਾਂਝਾ ਕੀਤਾ, ਇਸ ਸ਼ਬਦ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਰੇ ਮਨ ਰਾਮ ਸਿਉ ਕਰ ਪ੍ਰੀਤ। ਹੇ ਮੇਰੇ ਮਨ, ਤੇਰੀ ਪ੍ਰੀਤ ਪ੍ਰਭੂ ਪਰਮਾਤਮਾ ਪਰਮੇਸ਼ਵਰ ਦੇ ਨਾਲ ਬੰਨਣੀ ਚਾਹੀਦੀ ਹੈ। ਤੇ ਫਿਰ ਅਗਲੀ ਗੱਲ ਕੀ ਕਹਿੰਦੇ ਨੇ ਸਤਿਗੁਰੂ ਜੀ, ਸ਼ਰਬਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਇਹ ਜੋ ਕੰਨ ਹਨ, ਇਹਨਾਂ ਸਰੋਤਾਂ ਦੇ ਨਾਲ ਉਸ ਰੱਬ ਪਰਮਾਤਮਾ ਪਰਮੇਸ਼ਵਰ ਦੇ ਗੁਣ ਸਰਵਣ ਕਰ, ਔਰ ਇਸ ਜ਼ੁਬਾਨ ਦੇ ਨਾਲ ਉਸ ਰੱਬ ਦੀ ਵਾਹ ਵਾਹ ਕਰ, ਉਸ ਦੇ ਗੁਣ ਗਾ, ਉਸ ਦੇ ਗੀਤ ਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਦੇ ਜੀਵਨ ਦਾ ਇਹ ਮਨੋਰਥ ਮਨੁੱਖ ਦੇ ਨਾਲ ਸਾਂਝਾ ਕੀਤਾ। ਕਿਉਂਕਿ ਸਤਿਗੁਰੂ ਜੀ ਬਾਣੀ ਦੇ ਵਿੱਚ ਹੀ ਸਾਡੇ ਨਾਲ ਇਹ ਵੀ ਗੱਲ ਬਿਆਨ ਕਰਦੇ ਨੇ ਕਿ ਗੋਬਿੰਦ ਦੇ ਜਿਹੜੇ ਗੁਣ ਗਾਣੇ ਨੇ ਉਹ ਮਨੁੱਖ ਵਾਸਤੇ ਬਹੁਤ ਜ਼ਰੂਰੀ ਹਨ। ਸਾਧੋ ਗੋਬਿੰਦ ਕੇ ਗੁਣ ਗਾਵੋ। ਹੇ ਸਾਧ ਜਨੋ, ਉਸ ਗੋਬਿੰਦ ਦੇ, ਉਸ ਪਰਮਾਤਮਾ ਪਰਮੇਸ਼ਵਰ ਦੇ ਗੁਣ ਗਾਓ, ਕਿਉਂਕਿ ਇਹ ਜਿਹੜਾ ਤੁਹਾਨੂੰ ਜਨਮ ਪ੍ਰਾਪਤ ਹੋਇਆ ਨਾ, ਮਾਨਸ ਜਨਮ ਅਮੋਲਕ ਪਾਇਓ, ਵਿਰਥਾ ਕਾਹੇ ਗਵਾਇਓ। ਉਹ ਭਲਿਆ, ਇਸ ਨੂੰ ਤੂੰ ਵਿਰਥਾ ਨਾ ਗਵਾਈ। ਦੋ ਗੱਲਾਂ ਮਨੁੱਖ ਨੂੰ ਸਤਿਗੁਰੂ ਜੀ ਦੀ ਬਾਣੀ ਦੇ ਉਪਦੇਸ਼ਾਂ ਦੇ ਵਿੱਚੋਂ ਸਾਹਮਣੇ ਆ ਜਾਂਦੀਆਂ ਨੇ। ਇੱਕ ਇਹ ਜਿਹੜਾ ਮਨੁੱਖ ਨੂੰ ਜਨਮ ਪ੍ਰਾਪਤ ਹੋਇਆ, ਇਹ ਜਿਹੜਾ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ ਨਾ, ਪਤਾ ਨਹੀਂ ਕਿਤਨੇ ਕੁ ਯੁੱਗ ਅਸੀਂ ਭਰਮੇ ਹਾਂ, ਕਿਤਨੇ ਕੁ ਲੰਮੇ ਸਮੇਂ ਦੇ ਬਾਅਦ ਸਾਨੂੰ ਇਹ ਮਾਨੁੱਖ ਦੇਹੀ ਪ੍ਰਾਪਤ ਹੋਈ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਕਈ ਯੁੱਗ ਅਸੀਂ ਫਿਰੇ ਹਾਂ, ਪਰ ਹਰ ਵਾਰ ਸਾਨੂੰ ਰੱਬ ਪਰਮਾਤਮਾ ਪਰਮੇਸ਼ਵਰ ਵੱਲੋਂ, ਇਹ ਪ੍ਰਭੂ ਪਰਮਾਤਮਾ ਪਰਮੇਸ਼ਵਰ ਵੱਲੋਂ ਇਹ ਬਖਸ਼ਿਸ਼ ਕੀਤੀ, ਇਹ ਦੇਹ, ਇਹ ਮਾਨਸ ਜੋਨ ਨਹੀਂ ਪ੍ਰਾਪਤ ਹੋਈ। ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇਹ ਲਹੀ। ਪਰ ਹੁਣ ਕਹਿਣ ਲੱਗੇ, ਤੈਨੂੰ ਇਹ ਮਾਨਸ ਦੇਹੀ ਪ੍ਰਾਪਤ ਹੋਈ ਹੈ ਇਸ ਸਮੇਂ ਦੇ ਵਿੱਚ। ਨਾਨਕ ਕਹਿਤ ਮਿਲਤ ਕੀ ਵਰੀਆ, ਨਾਨਕ ਕਹਿਤ ਮਿਲਨ ਕੀ ਵਰੀਆ,
ਸਿਮਰਤ ਕਹਾਂ ਨਹੀਂ। ਕਹਿਣ ਲੱਗੇ ਭਲਿਆ ਇਹ ਤੇ ਬਾਰੀ ਸੀ ਉਸ ਰੱਬ ਪਰਮਾਤਮਾ ਪਰਮੇਸ਼ਵਰ ਨੂੰ ਮਿਲਣ ਦੀ, ਤੂੰ ਫਿਰ ਵੀ ਸਿਮਰਨ ਨਹੀਂ ਕਰ ਰਿਹਾ, ਫਿਰ ਵੀ ਤੂੰ ਉਸ ਰੱਬ ਪਰਮਾਤਮਾ ਪਰਮੇਸ਼ਵਰ ਦੇ ਵਿੱਚ ਅਭੇਦ ਨਹੀਂ ਹੋ ਰਿਹਾ। ਕਿਉਂਕਿ ਇਹ ਜਿਹੜੀ ਤੇਰੀ ਮਾਨਸ ਦੇਹ ਹੈ ਨਾ, ਮਾਨਸ ਦੇਹ ਬਹੋਰ ਨਾ ਪਾਵੈ ਕਛੂ ਉਪਾਓ ਮੁਕਤ ਕਾ ਕਰ ਰੇ। ਉਹ ਭਲਿਆ ਇਹ ਬਾਰ-ਬਾਰ ਤੈਨੂੰ ਪ੍ਰਾਪਤ ਨਹੀਂ ਮਿਲਣੀ, ਮਾਨਸ ਦੇ ਬਹੋਰ ਨਾ ਪਾਵੈ, ਇਹ ਤੈਨੂੰ ਫਿਰ ਨਹੀਂ ਮਿਲਣ ਵਾਲੀ ਹੈ। ਤੇ ਫਿਰ ਕੀ ਕਰ ਭਲਿਆ, ਕਛੂ ਉਪਾਓ ਮੁਕਤ ਕਾ ਕਰ ਰੇ, ਇਸ ਨੂੰ ਮੁਕਤ ਹੋਣ ਦਾ, ਇਸ ਤੋਂ ਆਪਣੇ ਆਪ ਨੂੰ ਇਸ ਆਵਾਗਮਨ ਦੇ ਵਿੱਚੋਂ ਕੱਢਣ ਦਾ ਤੂੰ ਕੋਈ ਨਾ ਕੋਈ ਉਪਾਅ ਕਰ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਕਹਿਤ ਗਾਏ ਕਰਨਾ ਮੈਂ ਭਵ ਸਾਗਰ ਕੈ ਪਾਰ ਉਤਰ ਰੇ। ਇਸ ਭਵਰ ਸਾਗਰ ਦੇ ਵਿੱਚੋਂ, ਸੰਸਾਰ ਸਾਗਰ ਦੇ ਵਿੱਚੋਂ ਤੂੰ ਪਾਰ ਹੋ ਕੇ ਜਾਣਾ। ਜਿਹਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਮਨੁੱਖਾ ਦੇਹ ਦੀ ਵਿਸ਼ੇਸ਼ ਗੱਲ ਸਾਡੇ ਨਾਲ ਸਾਂਝੀ ਕੀਤੀ ਕਿ ਭਲਿਆ ਤੈਨੂੰ ਇਹ ਜਿਹੜੀ ਦੇਹ ਪ੍ਰਾਪਤ ਹੋਈ ਹੈ, ਇਹ ਬੜੀ ਲੰਮੇ ਸਮੇਂ ਤੋਂ ਬਾਅਦ ਪ੍ਰਾਪਤ ਹੋਈ ਹੈ। ਇਸ ਤੋਂ ਤੂੰ ਲਾਹਾ ਪ੍ਰਾਪਤ ਕਰਨਾ ਹੈ। ਤੇ ਇਸ ਲਾਹੇ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਕਿ ਰੇ ਮਨ ਰਾਮ ਸਿਉ ਕਰ ਪ੍ਰੀਤ। ਇਹ ਉਸ ਰੱਬ ਦੇ ਨਾਲ ਪ੍ਰੀਤ ਪਾ, ਉਸ ਦੇ ਨਾਲ ਆਪਣਾ ਮਨ ਜੋੜ, ਆਪਣੀ ਸੁਰਤ ਪ੍ਰਭੂ ਦੇ ਗੁਣਾਂ ਦੇ ਵਿੱਚ ਜੋੜ, ਤਾਂ ਕਿ ਤੇਰਾ ਇਹ ਮਨੁੱਖਾ ਜਨਮ ਸਫਲ ਹੋ ਜਾਏ। ਸੋ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਜਿੱਥੇ ਉਪਦੇਸ਼ ਆਪਾਂ ਨਾਲ ਲੈ ਕੇ ਚੱਲ ਰਹੇ ਹਾਂ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੁਝ ਜੀਵਨ ਨੂੰ ਵੀ ਆਪਾਂ ਵਿਚਾਰਨ ਦਾ ਯਤਨ ਕਰ ਰਹੇ ਹਾਂ। ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਦਾ ਜਦੋਂ ਜੀਵਨ ਨੂੰ ਅਸੀਂ ਵੱਖ-ਵੱਖ ਹਿੱਸਿਆਂ ਦੇ ਵਿੱਚ ਵੰਡਦੇ ਹਾਂ, ਇੱਕ ਹਿੱਸੇ ਦਾ ਅਸੀਂ ਵਰਣਨ ਕੀਤਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਵੇਲੇ ਸੰਸਾਰ ਦੇ ਵਿੱਚ ਆਏ 1621 ਦੇ ਵਿੱਚ, ਜਦੋਂ ਉਹਨਾਂ ਦਾ ਪ੍ਰਕਾਸ਼ ਧਾਰਨ ਹੋਇਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਗੁਰਤਾ ਗੱਦੀ ਗੁਰੂ ਨਾਨਕ ਬਾਬੇ ਦੇ ਉਸ ਗੱਦੀ ਦੇ ਜ਼ਿੰਮੇਵਾਰੀ ਸਾਂਭ ਕੇ ਬੈਠੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਦਾ ਜੀਵਨ ਆਪਾਂ ਵੇਖਿਆ ਕਿ ਜਿਹੜੀਆਂ 5 ਜੰਗਾਂ ਦਾ ਜ਼ਿਕਰ, 4 ਤੋਂ 5 ਜੰਗਾਂ, ਕਿਉਂਕਿ 5ਵੀਂ ਜੰਗ ਜਿਹੜੀ ਸੀ ਇਕੱਠੀ ਸੀਗੀ, 1635 ਤੱਕ ਦਾ ਜ਼ਿਕਰ ਅਸੀਂ ਵੇਖਿਆ ਕਿ ਸਤਿਗੁਰੂ ਜੀ ਨੇ 1634 ਦੇ ਵਿੱਚ ਜੋ ਜੰਗ ਦੇ ਵਿੱਚ ਜੋਹਰ ਦਿਖਾਏ, ਕਰਤਾਰਪੁਰ ਦੀ ਜੰਗ ਦੇ ਅੰਦਰ ਨਾਮ ਬਦਲ ਦਿੱਤਾ ਗੁਰੂ ਸਾਹਿਬ ਜੀ ਨੇ। 1635 ਤੋਂ ਲੈ ਕੇ 1644 ਤੱਕ ਦਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਕੀਰਤਪੁਰ ਸਾਹਿਬ ਦੇ ਵਿੱਚ ਰਹੇ ਨੇ, ਜਿੱਥੇ ਸਤਿਗੁਰੂ ਜੀ ਦੀ ਜੋ ਵਿਦਿਆ ਸੀ, ਜਿੱਥੇ ਸਾਰਾ ਲਾਲਨ ਪੋਲਨ ਨਾਲ ਕੀਤਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ 1644 ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾ ਜਾਂਦੇ ਨੇ ਤੇ ਹੁਕਮ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ, ਆਪ ਬਾਬਾ ਬਕਾਲਾ ਆਪਣੇ ਨਾਨਾ ਦੇ ਘਰ, ਜਿੱਥੇ ਹਰੀ ਚੰਦ ਤੇ ਨਾਨੀ ਨਾਲ ਹਰ ਦੇਵੀ ਜਿਹੜੀ ਸੀ ਉਹਨਾਂ ਦੇ ਘਰ ਵਿੱਚ ਜਾ ਕੇ ਤੁਸੀਂ ਉੱਥੇ ਜਾ ਕੇ ਬਸਰੇਵਾ ਕਰਨਾ ਹੈ। ਸਤਿਗੁਰੂ ਜੀ ਦੀ ਇਸ ਹੁਕਮ ਨੂੰ ਮੰਨ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੀ ਮਾਤਾ ਅਤੇ ਨਾਲ ਆਪਣੇ ਮਹਿਲ ਨੂੰ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਬਾਬਾ ਬਕਾਲਾ ਚਲੇ ਜਾਂਦੇ ਨੇ। 1644 ਤੋਂ ਲੈ ਕੇ ਜਦੋਂ ਅਸੀਂ ਇਤਿਹਾਸ ਦੇ ਪੰਨੇ ਪੜ੍ਹਦੇ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ 1656 ਤੱਕ ਉਸ ਜਗ੍ਹਾ ਦੇ ਉੱਤੇ ਹਨ ਜਿੱਥੇ ਉਹ ਅਭਿਆਸ ਕਰਦੇ ਹਨ, ਸੰਗਤਾਂ ਦੇ ਨੇੜੇ ਤੇੜੇ ਜਾ ਕੇ ਗੁਰਮਤ ਦਾ ਪ੍ਰਚਾਰ ਕਰਨਾ, ਆਮ ਲੋਕਾਂ ਨੂੰ ਬਾਣੀ ਦੇ ਨਾਲ ਜੋੜਨਾ ਔਰ ਸਿੱਖੀ ਕਰਤੱਵ ਸਿਖਾਣੇ। ਇਹ ਬਾਬਾ ਬਕਾਲਾ ਦੀ ਧਰਤੀ ਤੇ ਸਤਿਗੁਰੂ ਜੀ ਨੇ ਕੰਮ ਆਰੰਭ ਦਿੱਤੇ ਨੇ। ਉੱਥੇ ਨਾਲ ਦੀ ਨਾਲ ਜੋ ਬਾਬਾ ਬਕਾਲਾ ਦੇ ਵਿੱਚ ਹੀ ਇਹਨਾਂ ਦੇ ਜਿਹੜੇ ਛੋਟੇ ਸਾਲਾ ਸਨ, ਜੋ ਜਿਨ੍ਹਾਂ ਨੂੰ ਕਿਰਪਾਲ ਚੰਦ ਕਰਕੇ ਅਸੀਂ ਇਤਿਹਾਸ ਦੇ ਵਿੱਚ ਜ਼ਿਕਰ ਪੜ੍ਹਦੇ ਹਾਂ, ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਤੇ ਮਾਮਾ ਕਿਰਪਾਲ ਚੰਦ ਦਾ ਨਾਂ ਆਉਂਦਾ ਹੈ, ਉਹ ਇਹਨਾਂ ਦੇ ਉਸ ਵੇਲੇ ਉਹ ਆਪ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ। ਜਿਹੜੇ 2200 ਘੋੜ ਸਵਾਰਾਂ ਦੀ ਜਿਹੜੀ ਫੌਜ ਸੀ ਨਾ, ਉਸ ਦੇ ਵਿੱਚ ਉਹ ਇੱਕ ਫੌਜੀ ਸਨ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਲੰਮਾ ਸਮਾਂ ਇਸ ਜਗ੍ਹਾ ਦੇ ਉੱਤੇ ਰਹੇ, ਅਧਿਨ ਕੀਤਾ ਬਾਣੀ ਦਾ, ਨਾਲ ਬਾਣੀ ਦਾ ਪ੍ਰਚਾਰ ਕਰਦੇ ਨੇ। ਘੋੜਸਵਾਰ ਹਰ ਇੱਕ ਕਰਤੱਵ ਉਸ ਜਗ੍ਹਾ ਦੇ ਉੱਤੇ ਹੋ ਰਿਹਾ ਹੈ। 1656 ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 9 ਜੂਨ ਨੂੰ ਇੱਕ ਕਾਫਲਾ ਤਿਆਰ ਕੀਤਾ ਹੈ। ਸਤਿਗੁਰੂ ਜੀ ਨੂੰ ਕਾਫਲਾ ਤਿਆਰ ਕਰਕੇ ਸਤਿਗੁਰੂ ਜੀ ਕੀਰਤਪੁਰ ਆਏ। ਕੀਰਤਪੁਰੋਂ ਸਤਿਗੁਰੂ ਜੀ ਨੇ ਜੋ ਉਹਨਾਂ ਦੇ ਭਰਾ ਸਨ, ਜੋ ਉਹਨਾਂ ਦੇ ਰਿਸ਼ਤੇ ਵਿੱਚੋਂ ਸਾਲੇ ਸਨ, ਮਾਮਾ ਕਿਰਪਾਲ ਚੰਦ ਜਿਨ੍ਹਾਂ ਨੂੰ ਕਹਿੰਦੇ ਹਾਂ ਅਸੀਂ, ਉਹਨਾਂ ਨੂੰ ਨਾਲ ਲੈ ਕੇ ਵਾਪਸ ਪਰਤੇ ਨੇ
ਤੇ ਸਤਿਗੁਰੂ ਜੀ ਨੇ ਇੱਕ ਪ੍ਰਚਾਰ ਦੀ ਮੁਹਿੰਮ ਨੂੰ ਆਰੰਭਣ ਦਾ ਕੰਮ ਸ਼ੁਰੂ ਕੀਤਾ ਹੈ। ਮਾਤਾ ਨਾਨਕੀ ਜੀ ਨੂੰ ਨਾਲ ਲਿਆ ਹੈ, ਮਾਤਾ ਗੁਜਰ ਕੌਰ ਜੀ ਲੈ ਨਾਲ। ਇਹਨਾਂ ਦੇ ਇੱਕ ਬਾਬਾ ਅਨੀ ਰਾਏ ਦੇ ਘਰੋਂ ਇਹਨਾਂ ਦੀ ਭਰਜਾਈ ਜਿਹੜੀ ਸੀ ਹਰੀ ਜੀ ਜਿਹਦਾ ਨਾਂ ਦੱਸਿਆ ਜਾਂਦਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ 3 ਭਰਾ ਚੜ੍ਹਾਈ ਕਰ ਚੁੱਕੇ ਨੇ ਇਸ ਵੇਲੇ ਤੱਕ। ਬਾਬਾ ਗੁਰਦਿੱਤਾ ਜੀ ਚੜ੍ਹਾਈ ਕਰ ਚੁੱਕੇ ਨੇ, ਬਾਬਾ ਅਨੀ ਰਾਏ ਜੀ ਚੜ੍ਹਾਈ ਕਰ ਚੁੱਕੇ ਨੇ, ਬਾਬਾ ਅਟਲ ਰਾਏ ਜੀ ਚੜ੍ਹਾਈ ਕਰ ਚੁੱਕੇ ਨੇ। ਜਿਹੜੀ ਬੀਬੀ ਬੀਰੋ ਸੀ ਉਹ ਵਿਆਹੀ ਗਈ ਹੋਈ ਸੀ। ਸਤਿਗੁਰੂ ਜੀ ਨੇ ਇੱਕ ਕਾਫਲਾ ਬਣਾਇਆ, ਇਹਨਾਂ ਨੂੰ ਨਾਲ ਲਿਆ। ਆਪਣੇ ਪਨਵੋਈ ਜਿਹੜੇ ਸਾਧੂ ਰਾਮ ਸੀ, ਬੀਬੀ ਬੀਰੋ ਦੇ ਘਰ ਵਾਲੇ ਸਨ ਜੋ, ਉਹਨਾਂ ਨੂੰ ਨਾਲ ਲੈ ਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਝ ਸਿੱਖਾਂ ਨੂੰ, ਜਿਹੜੇ ਸਿੱਖ ਹਰ ਵੇਲੇ ਇਹਨਾਂ ਦੇ ਨਾਲ ਰਹਿੰਦੇ ਸਨ, ਦਿਆਲ ਦਾਸ, ਗਵਾਲ ਦਾਸ, ਚੌਪਤ ਰਾਏ, ਭਾਈ ਮਤੀ ਦਾਸ ਜੀ, ਬਾਲੂ ਹਸਨਾ ਜੀ, ਅਲਮਸਤ ਜੀ ਅਤੇ ਸੰਗਤੀਆ ਜੀ, ਦਰਿਆ ਜੀ, ਦੁਰਗਾ ਦਾਸ ਇਤਿਆਦਿਕ ਸਿੱਖਾਂ ਨੂੰ ਨਾਲ ਲੈ ਕੇ ਇੱਕ ਕਾਫਲਾ ਬਣਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਹੁੰਦਿਆਂ ਕੁਰੂਸ਼ੇਤਰ ਤੱਕ ਪਹੁੰਚੇ ਨੇ। ਇਹ ਸਮਾਂ ਉਸ ਵੇਲੇ ਉੱਥੇ ਸਤਿਗੁਰੂ ਜੀ ਦਾ ਇਹ ਕਾਫਲਾ ਸਿੱਖੀ ਦੇ ਪ੍ਰਚਾਰ ਲਈ ਨਿਕਲਿਆ, ਗੁਰੂ ਨਾਨਕ ਦੇ ਸਿਧਾਂਤਾਂ ਦੇ ਪ੍ਰਚਾਰ ਲਈ ਨਿਕਲਿਆ ਹੈ। ਇਹ ਇਤਿਹਾਸ ਦੇ ਪੰਨਿਆਂ ਦੇ ਵਿੱਚ ਮੈਂ ਇਹ ਤਾਂ ਜ਼ਿਕਰ ਇਹ ਵਰਣਨ ਮੈਂ ਤਾਂ ਕਰ ਰਿਹਾ ਕਿ ਬਹੁਤ ਵਾਰ ਸਾਡੇ ਮਨ ਵਿੱਚ ਇਹ ਭੁਲੇਖਾ ਪਾਇਆ ਜਾਂਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 1644 ਤੋਂ ਲੈ ਕੇ 1664 ਤੱਕ ਕੇਵਲ ਤੇ ਕੇਵਲ ਬਾਬਾ ਬਕਾਲਾ ਰਹੇ ਨੇ, ਕਿਤੇ ਬਾਹਰ ਨਹੀਂ ਨਿਕਲੇ। ਸੋ ਇਹ ਭੁਲੇਖੇ ਨੇ, ਕਈ ਚੀਜ਼ਾਂ ਗੁਰਮਤ ਦੇ ਆਸ਼ੇ ਨੂੰ ਦੇ ਵਿਰੁੱਧ ਕਈ ਜਗ੍ਹਾ ਪ੍ਰਚਾਰ ਹੋ ਗਿਆ ਇਹਨਾਂ ਚੀਜ਼ਾਂ ਦਾ। ਸਤਿਗੁਰੂ ਜੀ ਦੇ ਜੀਵਨ ਗਾਥਾ ਜੋ ਭੱਟ ਵਹੀਆਂ ਰਾਹੀਂ ਪ੍ਰਾਪਤ ਹੁੰਦੀ ਹੈ, ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਪਾਂਡਾ ਵਹੀਆਂ ਰਾਹੀਂ ਪ੍ਰਾਪਤ ਹੁੰਦੀ ਹੈ, ਗੁਰੂ ਕੀਆਂ ਸਾਖੀਆਂ ਰਾਹੀਂ ਪ੍ਰਾਪਤ ਹੁੰਦੀ ਹੈ। ਉਹ ਕਦੇ ਤੁਸੀਂ ਛਾਣ ਕੇ ਵੇਖ ਲਿਓ, ਤੁਹਾਨੂੰ ਤਰੀਖਾਂ ਸਹਿਤ ਇਹ ਇਤਿਹਾਸ ਪ੍ਰਾਪਤ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਚਾਰ ਦੀ ਇਹ ਵੱਡੀ ਇੱਕ ਬਿੰਡ ਦਿੱਤੀ ਹੈ। ਇਹ ਜੋ ਕਾਫਲਾ ਤੁਰਿਆ ਹੈ ਕੁਰੂਸ਼ੇਤਰ ਹੁੰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਮਾਂ 29 ਮਾਰਚ 1657 ਤੋਂ ਲੈ ਕੇ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ 17 ਮਈ 1659 ਤੱਕ ਹਰੀਦਵਾਰ ਦੇ ਇਲਾਕਿਆਂ ਦੇ ਵਿੱਚ ਸਤਿਗੁਰੂ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ। ਵੱਖ-ਵੱਖ ਜਥੇ ਬਣਾਏ ਨੇ, ਉਹ ਜਥੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਂਦੇ ਨੇ, ਉੱਥੇ ਜਾ ਕੇ ਤੇ ਗੁਰੂ ਨਾਨਕ ਦੇ ਉਹਨਾਂ ਅਮੋਲਕ ਸਿਧਾਂਤਾਂ ਦਾ ਪ੍ਰਚਾਰ ਕਰ ਰਹੇ ਨੇ ਜਿਹੜੀ ਸਮੁੱਚੀ ਮਨੁੱਖਤਾ ਦੇ ਲਈ ਸਨ। ਕਿਸੇ ਇੱਕ ਵਰਗ, ਇੱਕ ਧਰਮ, ਇੱਕ ਮਤ ਲਈ ਨਹੀਂ ਸਨ, ਕਿਉਂਕਿ ਅਨਮਤ ਤੇ ਗੁਰਮਤ ਦੇ ਵਿੱਚ ਇੱਕ ਫਰਕ ਸੀ ਭਲਿਓ। ਗੁਰਮਤ ਜਿਹੜੀ ਗੱਲ ਕਰਦਾ ਸੀ ਉਹ ਕਸਵੱਟੀ ਦੀ ਗੱਲ ਕਰਦਾ ਸੀ, ਮਨੁੱਖੀ ਫਰਜ਼ ਦੀ ਗੱਲ ਕਰਦਾ ਸੀ, ਮਨੁੱਖੀ ਧਰਮ ਦੀ ਗੱਲ ਕਰਦਾ ਸੀ। ਅਨਮਤ ਕਹਿੰਦਾ ਸੀ ਕਿ ਰੱਬ ਕਿਤੇ ਬਾਹਰ ਜਾ ਕੇ ਪ੍ਰਾਪਤ ਹੋਵੇਗਾ, ਘਰ-ਬਾਰ ਛੱਡ ਕੇ ਪ੍ਰਾਪਤ ਹੋਵੇਗਾ। ਜੇ ਰੱਬ ਪ੍ਰਾਪਤ ਕਰਨਾ ਚਾਹਨਾ ਤੂੰ ਭਲਿਆ ਤੇ ਜੰਗਲਾਂ ਵਿੱਚ ਚਲਾ ਜਾ, ਬੀਆਵਾਨ ਕੰਦਰਾਂ ਵਿੱਚ ਚਲਾ ਜਾ, ਪਹਾੜਾਂ ਦੀਆਂ ਚੋਟੀਆਂ ਤੇ ਚੜ੍ਹ ਜਾ, ਰੱਬ ਤੈਨੂੰ ਉੱਥੇ ਪ੍ਰਾਪਤ ਹੋਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜੋ ਫਲਸਫਾ ਦੁਨੀਆ ਦੇ ਲੋਕਾਂ ਨੂੰ ਦਿੱਤਾ, ਉਸ ਫਲਸਫੇ ਦੇ ਵਿੱਚ ਇਹ ਸੀ ਕਿ ਭਲਿਓ ਰੱਬ ਤੇਰੇ ਨਾਲ ਹੈ, ਤੇਰੇ ਘਰ ਵਿੱਚ ਹੈ, ਤੇਰੇ ਆਪਣੇ ਅੰਦਰ ਬੈਠਾ ਹੋਇਆ, ਉਸ ਨੂੰ ਬਾਹਰ ਲੱਭਣ ਦਾ ਯਤਨ ਨਾ ਕਰੀ। ਸਤਿਗੁਰੂ ਜੀ ਨੇ ਜਦੋਂ ਇਹ ਵਿਚਾਰ ਦੁਨੀਆ ਨਾਲ ਸਾਂਝੀ ਕਰਨੀ ਸ਼ੁਰੂ ਕੀਤੀ, ਹਰੀਦਵਾਰ ਦੇ ਸਾਰੇ ਇਲਾਕਿਆਂ ਦੇ ਵਿੱਚ ਸਤਿਗੁਰੂ ਜੀ ਨੇ ਬੜੇ ਜ਼ੋਰ ਨਾਲ ਇਹ ਪ੍ਰਚਾਰ ਕੀਤਾ ਔਰ ਬੜੀ ਸਿੱਖੀ ਉੱਭਰ ਕੇ ਸਾਹਮਣੇ ਆਈ ਹੈ। ਕਿਉਂਕਿ ਸਿੱਖ ਇਨਕਲਾਬ ਦਾ ਸਮਾਂ ਕਿਹਾ ਜਾਂਦਾ ਹੈ ਇਸ ਨੂੰ, ਜਦੋਂ ਇਤਿਹਾਸਕਾਰਾਂ ਨੇ ਉਸ ਦ੍ਰਿਸ਼ਟੀ ਨਾਲ ਇਸ ਨੂੰ ਵੇਖਿਆ ਹੈ ਕਿ ਸਿੱਖ ਇਨਕਲਾਬ ਦਾ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸਮੇਂ ਫਿਰ ਸ਼ੁਰੂ ਹੁੰਦਾ ਹੈ, ਜਿੱਥੇ ਟਰਨਿੰਗ ਪੁਆਇੰਟ ਦਾ ਇੱਕ ਅਸੀਂ ਸਮੇਂ ਦੀ ਗੱਲ ਕਰਦੇ ਹਾਂ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਹੋਈ ਤੇ ਸਿੱਖੀ ਦੇ ਵਿੱਚ ਮੀਰੀ ਤੇ ਪੀਰੀ ਦਾ ਸਿਧਾਂਤ ਉਮੜ ਕੇ ਸਾਹਮਣੇ ਆਇਆ। ਦੇ ਇਹ ਇੱਕ ਟਰਨਿੰਗ ਪੁਆਇੰਟ ਸੀ ਸਿੱਖੀ ਦਾ। ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਚਾਰ ਦੌਰਿਆਂ ਵਿੱਚ ਜਾਣਾ, ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਹਰ ਜਗ੍ਹਾ ਜਾ ਕੇ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਦੁਨੀਆ ਨਾਲ ਸਾਂਝਾ ਕਰਨਾ, ਇਹ ਇੱਕ ਟਰਨਿੰਗ ਪੁਆਇੰਟ ਸੀ, ਇਨਕਲਾਬ ਸੀ, ਸਿੱਖ ਇਨਕਲਾਬ ਦੀ ਇਹ ਸ਼ੁਰੂਆਤ ਸੀ। ਜੋ ਗੁਰੂ ਨਾਨਕ ਬਾਬੇ ਦੇ ਜੋ ਸਿਧਾਂਤ ਸਨ ਇਹ ਦੁਨੀਆ ਤੱਕ ਪੁੱਜ ਰਹੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਇਹ ਪ੍ਰਚਾਰ ਕਰ ਰਹੇ ਨੇ ਤੇ 59 ਦੇ ਵਿੱਚ 57 ਦੇ ਵਿੱਚ 1657 ਤੋਂ ਲੈ ਕੇ 17 ਮਈ 1659 ਤੱਕ ਇਹ ਹਰਿਦੁਆਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪ੍ਰਚਾਰ ਕੀਤਾ। ਫਿਰ ਸਤਿਗੁਰੂ ਜੀ ਆਗਰਾ ਮਥੁਰਾ ਹੁੰਦਿਆਂ ਹੋਇਆਂ 19 ਅਪ੍ਰੈਲ 1661 ਦੇ ਵਿੱਚ ਪ੍ਰਯਾਗ ਤੋਂ ਹੁੰਦਿਆਂ ਹੋਇਆ 21 ਜੂਨ 1661 ਕਾਂਚੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਨਾਰਸ ਦੇ ਵਿੱਚ ਪ੍ਰਚਾਰ ਕੀਤਾ ਹੈ। ਇਹ ਪਾਂਡਾ ਬਹੀਆਂ ਤੋਂ ਇਹ ਸਭ ਤੁਹਾਨੂੰ ਪ੍ਰਾਪਤ ਹੋਣਗੀਆਂ।
ਭੱਟ ਵਹੀਆਂ ਦੇ ਵਿੱਚੋਂ ਇਹ ਡੇਟਾਂ ਸਾਰੀਆਂ ਦਾਸ ਨੇ ਪੜ੍ਹੀਆਂ ਤੇ ਮੈਂ ਤਾਂ ਸਾਂਝੀਆਂ ਕਰ ਰਹੇ ਹਾਂ। ਕਿਉਂਕਿ ਜਿਹੜੇ ਲੋਕ ਇਹ ਖਿਆਲ ਰੱਖਦੇ ਨੇ ਕਿ ਸਤਿਗੁਰੂ ਜੀ ਕਿਤੇ ਇੱਕ ਇਕਾਂਤ ਥਾਂ ਦੇ ਵਿੱਚ ਬੈਠੇ ਰਹੇ ਨੇ, ਉਹਨਾਂ ਦਾ ਲੰਮਾ ਸਫ਼ਰ ਉੱਥੇ ਨਿਕਲਿਆ, ਇਹਦੇ ਵਿੱਚ ਆ ਕੇ ਇੱਕ ਭੁਲੇਖਾ ਖੜਾ ਹੋ ਗਿਆ। ਕਿਉਂਕਿ ਗੁਰੂ ਨਾਨਕ ਦੇ ਸਿਧਾਂਤ ਇਕਾਂਤ ਬਸਦੇ ਨਹੀਂ ਸਨ। ਰੱਬ ਤੇਰੇ ਅੰਦਰ ਹੈ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਉਹ ਤੇਰੇ ਨਾਲ ਬੈਠਾ ਭਲਿਆ, ਤੂੰ ਬਾਹਰ ਲੱਭਣ ਕੀ ਕਰਨ ਜਾਏਗਾ? ਉਹ ਤੇ ਤੇਰੇ ਅੰਦਰ ਬੈਠਾ, ਤੇਰੇ ਆਪਣੇ ਕੋਲ ਹੈ, ਤੂੰ ਉਸ ਨੂੰ ਬਾਹਰੋਂ ਲੱਭ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਕਾਫਲਾ ਜਦੋਂ ਕਾਂਚੀ ਤੋਂ ਨਿਕਲਿਆ ਹੈ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ 1661 ਦੇ ਵਿੱਚ ਪਟਨੇ ਦੀ ਧਰਤੀ ਤੇ ਪਹੁੰਚਦੇ ਨੇ, ਜਿਹਨੂੰ ਪੂਰਬੀ ਦੇਸ਼ ਦਾ ਅਸੀਂ ਇਹ ਪ੍ਰਚਾਰ ਫੇਰੀ ਕਹਿੰਦੇ ਹਾਂ। ਮੈਂ ਇਸ ਨੂੰ ਪਹਿਲੀ ਪ੍ਰਚਾਰ ਫੇਰੀ ਕਰਕੇ ਆਪਣੀ ਨਿਗਾਹ ਦੇ ਵਿੱਚੋਂ ਵੇਖਿਆ ਕਿ ਸਤਿਗੁਰੂ ਜੀ ਦੀ ਇਹ ਪ੍ਰਚਾਰ ਫੇਰੀ ਜਿਹੜੀ ਸੀ ਇਹ ਲੰਮੀ ਪ੍ਰਚਾਰ ਫੇਰੀ ਸੀ ਔਰ ਇਸ ਦੇ ਵਿੱਚ ਇਹ ਕਾਫਲਾ ਨਾਲ ਤੁਰਿਆ ਸੀ। 1661 ਦੇ ਵਿੱਚ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ, ਜੋਤੀ ਜੋਤ ਅਕਤੂਬਰ ਦੇ ਵਿੱਚ ਸਤਿਗੁਰੂ ਜੀ ਜੋਤੀ ਜੋਤ ਸਮਾਉਂਦੇ ਨੇ ਤੇ ਇਹ ਸਮਾਚਾਰ 6-7 ਮਹੀਨੇ ਦੇ ਬਾਅਦ 1662 ਦੇ ਵਿੱਚ ਸਤਿਗੁਰੂ ਜੀ ਤੱਕ ਪਹੁੰਚਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ ਨੇ। 1662 ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਾਪਸ ਪਰਤਦੇ ਨੇ। ਵਾਪਸ ਜਦੋਂ ਪਰਤੇ ਨੇ ਤੇ ਪਰਤ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਸਤੇ ਦੇ ਵਿੱਚ ਆਂਦਿਆਂ ਦਿੱਲੀ ਤੱਕ ਇਹਨਾਂ ਦੀ ਪਹੁੰਚ ਹੋਈ ਹੈ ਤੇ ਦਿੱਲੀ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਪਤਾ ਲੱਗਿਆ ਕਿ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਉਹ ਦਿੱਲੀ ਆਏ ਹੋਏ ਨੇ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਕੋਲ ਕੁਝ ਦਿਨ ਰੁਕੇ ਨੇ, ਕੁਝ ਵਿਚਾਰ ਵਟਾਂਦਰੇ ਹੋਏ ਨੇ। ਉਸ ਤੋਂ ਬਾਅਦ ਸਤਿਗੁਰੂ ਜੀ ਨੂੰ ਹੁਕਮ ਹੋਇਆ ਕਿ ਤੁਸੀਂ ਬਕਾਲੇ ਚਲੇ ਜਾਓ। ਸੋ ਇਤਿਹਾਸ ਦਾ ਇਹ ਪੰਨਾ ਹੈ ਮੈਂ ਜੋ ਆਪ ਨਾਲ ਸਾਂਝਾ ਕਰ ਰਿਹਾ ਕਿ ਜਿਸ ਪੰਨੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਉੱਥੋਂ ਦਿੱਲੀ ਤੋਂ ਬਾਬਾ ਬਕਾਲਾ ਆ ਜਾਂਦੇ ਨੇ, ਫਿਰ ਅੱਗੇ ਜੋ ਇਸ ਬਾਅਦ ਜਦੋਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਨੇ, ਉਹ ਅਗਲਾ ਪੰਨੇ ਦੇ ਵਿੱਚ ਆਪਾਂ ਇਸ ਦਾ ਜ਼ਿਕਰ ਕਰਾਂਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਇਸ ਜੀਵਨ ਦੇ ਵਿੱਚ ਪ੍ਰਚਾਰ ਫੇਰੀਆਂ ਕੀਤੀਆਂ, ਪਰ ਜੋ ਮੁੱਖ ਉਪਦੇਸ਼ ਜਿਹਦਾ ਮੈਂ ਜ਼ਿਕਰ ਕੀਤਾ ਆਪ ਜੀ ਦੇ ਨਾਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਮਨੁੱਖਾ ਜੀਵਨ ਦੀ ਅਮੋਲਕਤਾ ਸਾਡੇ ਨਾਲ ਸਾਂਝੀ ਕੀਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਭਲਿਆ ਤੇਰਾ ਮਨੋਰਥ ਕੀ ਹੈ ਜੀਵਨ ਦਾ, ਕਿ ਤੂੰ ਆਪਣੇ ਜੀਵਨ ਦੇ ਵਿੱਚ ਰਾਮ ਦੇ ਨਾਲ ਪਿਆਰ ਕਰਨਾ, ਪ੍ਰਭੂ ਦੇ ਨਾਲ ਪਿਆਰ ਕਰਨਾ, ਪਰਮੇਸ਼ਵਰ ਨਾਲ ਪਿਆਰ ਕਰਨਾ ਹੈ। ਰੇ ਮਨ ਰਾਮ ਸਿਉ ਕਰ ਪ੍ਰੀਤ, ਕੀ ਕਰਨਾ ਉਹਦੇ ਵਾਸਤੇ ਤੈਨੂੰ ਪਵੇਗਾ? ਸ਼ਰਬਨ ਗੋਬਿੰਦ ਗੁਣ ਸੁਨੋ, ਅਰ ਗਾਓ ਰਸਨਾ ਗੀਤ। ਕੰਨਾਂ ਦੇ ਨਾਲ ਉਸ ਰੱਬ ਪਰਮਾਤਮਾ ਪਰਮੇਸ਼ਵਰ ਦੀ ਸਿਫਤ ਸਲਾਹ ਸੁਣ ਭਲਿਆ, ਜ਼ੁਬਾਨ ਦੇ ਨਾਲ ਉਸਦੇ ਗੀਤ ਗਾ। ਇਹ ਤਰੀਕਾ ਹੈ ਤੇਰਾ ਰਹਾਓ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ। ਕਰ ਸਾਧ ਸੰਗਤ ਭਲਿਆ, ਸੰਗਤ ਵਿੱਚ ਆ ਕੇ ਬੈਠ, ਪ੍ਰਭੂ ਪਰਮਾਤਮਾ ਪਰਮੇਸ਼ਵਰ ਦੇ ਨਾਮ ਰੂਪੀ ਸ਼ਬਦ ਨਾਲ ਸੁਰਤ ਜੋੜ। ਉਸ ਸੰਗਤ ਦੇ ਵਿੱਚ ਬੈਠ ਕੇ ਭਲਿਆ ਹੋਏ ਪਤਿਤ ਪੁਨੀਤ, ਤੂੰ ਮਾੜੇ ਤੋਂ ਚੰਗਾ ਹੋ ਜਾਏਗਾ। ਤੂੰ ਬੁਰੇ ਮੰਦ ਕਰਮੀ ਹੈ, ਅਗਰ ਜੀਵਨ ਦੇ ਵਿੱਚ ਮੰਦੇ ਖਿਆਲਾਂ ਵਾਲਾ ਹੈ, ਤੇਰਾ ਜੀਵਨ ਚੰਗਾ ਬਣ ਜਾਏਗਾ। ਸੰਗਤ ਵਿੱਚ ਬੈਠ ਕੇ ਤੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਕਾਸ਼ਮਾਨ ਕਰਨਗੇ। ਕਿਉਂ ਇੱਕ ਗੱਲ ਨੂੰ ਹੋਰ ਯਾਦ ਕਰਵਾਇਆ ਸਤਿਗੁਰੂ ਜੀ ਨੇ, ਕਹਿਣ ਲੱਗੇ ਭਲਿਆ ਜੀਵਨ ਦਾ ਸਮਾਂ ਪਤਾ ਨਹੀਂ ਕਿਤਨਾ ਕੁ ਤੇਰੇ ਕੋਲ ਹੈ, ਕਿਤਨਾ ਕੁ ਨਹੀਂ ਹੈ। ਕਾਲ ਵਿਆਲ ਜਿਉ ਪਰਿਓ ਡੋਲੇ, ਹਰ ਇੱਕ ਜੀਵ ਦੇ ਉੱਤੇ ਇੱਕ ਕਾਲ ਰੂਪੀ ਸੱਪ ਘੁੰਮ ਰਿਹਾ ਹੈ, ਜਿਉ ਪਰਿਓ ਡੋਲੇ। ਸਿਰਫ ਘੁੰਮ ਹੀ ਨਹੀਂ ਰਿਹਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਇਹ ਕਾਲ ਰੂਪੀ ਸੱਪ ਹੈ ਹਰ ਜੀਵ ਦੇ ਸਿਰ ਉੱਤੇ ਘੁੰਮ ਰਿਹਾ, ਕੇਵਲ ਘੁੰਮ ਹੀ ਨਹੀਂ ਰਿਹਾ। ਮੁਖ ਪਸਾਰੇ ਮੀਤ ਹੋ ਮਿੱਤਰਾ, ਉਹਨੇ ਮੂੰਹ ਵੀ ਖੋਲਿਆ ਹੋਇਆ, ਉਹ ਖੋਲ ਕੇ ਬੈਠਾ ਹੋਇਆ। ਆਜ ਕਾਲ ਫੁਨ ਤੋਹੇ ਗਰਸ ਹੈ, ਸਮਝ ਰਾਖਿਓ ਚੀਤ। ਅੱਜ ਜਾਂ ਕੱਲ ਤੈਨੂੰ ਭਲਿਆ ਉਹਨੇ ਖਾ ਜਾਣਾ ਹੈ। ਇਹ ਗੱਲ ਆਪਣੇ ਚੇਤੇ ਵਿੱਚ ਰੱਖੀ। ਕਹੈ ਨਾਨਕ ਰਾਮ ਭਜ ਲੈ, ਜਾਤ ਅਵਸਰ ਬੀਤ। ਉਹ ਭਲਿਆ ਜ਼ਿੰਦਗੀ ਦਾ ਸਮਾਂ ਲੰਘੀ ਜਾ ਰਿਹਾ ਹੈ। ਰਾਮ ਪਰਮਾਤਮਾ ਪਰਮੇਸ਼ਵਰ ਨੂੰ ਯਾਦ ਕਰ ਲੈ, ਤੇਰੇ ਜੀਵਨ ਦੇ ਇਹ ਸਮੇਂ ਮੁੱਕ ਚੱਲੇ ਨਾ ਭਲਿਆ। ਇਸ ਕਰਕੇ
ਇਸ ਮੁੱਖ ਉਪਦੇਸ਼ ਦੇ ਵਿੱਚੋਂ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਮਨੁੱਖਾ ਜੀਵਨ ਦਾ ਮਨੋਰਥ ਹੈ ਪ੍ਰਭੂ ਨਾਮ ਦਾ ਸਿਮਰਨ, ਉਸ ਨੂੰ ਯਾਦ ਕਰਨਾ, ਉਸ ਦੇ ਗੁਣਾਂ ਦੇ ਨਾਲ ਸਾਂਝ ਪਾਣੀ, ਇਤਨੀ ਕੁ ਬੇਨਤੀ ਪ੍ਰਵਾਨ ਕਰਨੀ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।